के धन्नवाजां वाले साहिब श्री गुरु गोबिंद सिंह महाराज उन्हां दे अमर जीवन दी अमर कथा विचार जिहड़ी आ वो चल रही है। रात जिहड़ा दीवान सजाया आपां उहदी किरपा दे नाल उहने उद्यम बख्शिया। विचार कीती साहबजादे माता गुजर कौर जी शहीदी पा गए आ, कौम तो साडे तो कुर्बान हो गए। जो वचन कीता सी महाराज ने त्रिवैणी इलाहाबाद जो पंडित ब्राह्मण दान कराउंदे सी जमाना तो, कोई हाथी घोड़े दान करदा है, कोई धन दौलत दान करदा है, वस्त्र दान करदा है, कोई जमीन जायदाद दान करदा है, कोई अपने बच्चे घर वाली दान करदा है। झूठे मूठे मुੱਲ ਪਵਾ ਲੈਣਾ, ਬਾਅਦ ਦੇ ਵਿੱਚ ਵਾਪਸ ਲੈਣਾ। ਗੁਰਬਾਣੀ ਦੀ ਵਿਚਾਰ ਹੈ ਅਰਪੈ ਨਾਰ ਸਿੰਗਾਰ ਸਮੇਤ। ਘਰ ਵਾਲੀ ਨੂੰ ਗਹਿਣੇ ਗੱਟੇ ਪਵਾ ਕੇ ਸਿੰਗਾਰ ਕਰਕੇ ਉਹਦਾ ਮੁੱਲ ਪਵਾਇਆ ਜਾਂਦਾ, ਵੇਚਿਆ ਜਾਂਦਾ, ਦਾਨ ਕੀਤਾ ਜਾਂਦਾ, ਫਿਰ ਉਹਦਾ ਮੁੱਲ ਪਵਾ ਕੇ ਛਡਾ ਲੈਣਾ। ਇਹ ਝੂਠੇ ਦਾਨ ਨੇ। ਕਰਦਾ ਕਿਉਂ ਜੀ ਬੰਦਾ? ਕਿ ਅੱਗੇ ਮਿਲੇ, ਮੈਨੂੰ ਅਗਲੇ ਜਨਮ 'ਚ ਫੇਰ ਮਿਲਣਾ ਚੀਜ਼ਾਂ। ਝਗੜਾ ਤਾਂ ਸਾਨੂੰ ਇਸੇ ਜਨਮ ਦਾ ਨਿਬੇੜਨਾ ਔਖਾ ਹੋ ਰਿਹਾ। ਅਸੀਂ ਅਗਲੇ ਜਨਮ 'ਚ ਹੋਰ ਪਾਉਣੇ ਫਿਰਦੇ ਆ। ਸਰੋਹ ਵਿਚਾਰ ਝੂਠੇ ਮੁੱਠੇ ਦਾਨ। ਫਿਰ ਮਹਾਰਾਜ ਨੇ ਵਚਨ ਕੀਤਾ ਸੀ, ਭਾਈ ਅਸੀਂ ਐਦਾਂ ਦਾ ਦਾਨ ਨਹੀਂ ਕਰਨਾ, ਅਸੀਂ ਐਦਾਂ ਦੀ ਘਾਟੀ ਨਹੀਂ ਪੜਾਉਣੀ। ਇਹਦਾ ਝੂਠੇ ਦਾਨ ਨੇ। ਉਹਦਾ ਕਿਆ ਦਾ, ਉਹ ਕੀ ਦੇਣਾ? ਉਹ ਕਾਹਦਾ ਦਾਨ ਆ ਜਿਹੜਾ ਦਿੱਤਾ ਵਾਪਸ ਲੈ ਲਿਆ? ਦਾਨ ਦੀ ਪੰਜਾਬੀ ਕੀ ਹੈ? ਦਾਨ ਦੀ ਪੰਜਾਬੀ, ਦਾਨ ਦੀ ਪੰਜਾਬੀ ਹੈ ਛੱਡ ਦੇਣਾ। ਦਾਨ ਕਰਨਾ, ਦਕਸ਼ਣਾ ਦੇਣੀ, ਇਹ ਛੱਡ ਦੇਣਾ ਜੀ, ਭੁੱਲ ਜਾਣਾ, ਮੇਰਾ ਹੈ ਹੀ ਨਹੀਂ। ਤੇ ਸਾਨੂੰ ਤਾਂ ਸਕੂਨ ਨਹੀਂ ਆਉਂਦਾ, ਸ਼ਾਂਤੀ ਨਹੀਂ ਆਉਂਦੀ, ਟਿਕਾ ਨਹੀਂ ਹੁੰਦਾ ਜਿੰਨਾ ਟਾਈਮ ਸਾਡਾ ਨਾਂ ਨਾ ਬੋਲੇ। ਅਸੀਂ ਉਹਦਾ ਦਿੱਤਾ ਹੋਇਆ ਉਹਨੂੰ ਕੀ ਦੇ ਸਕਦੇ ਹਾਂ? ਜੋ ਦੇ ਰਿਹਾ ਅਸੀਂ ਕੀ ਦੇ ਸਕਦੇ ਹਾਂ? ਜੇ ਨਾ ਦਿੰਦਾ ਫਿਰ ਕੀ ਕਰ ਲੈਂਦੇ? ਬਾਣੀ ਕਹਿੰਦੀ ਹੈ ਜਬ ਕਸ ਨਾ ਸੀਓ ਤਬ ਕਿਆ ਕਰਤਾ, ਕਵਨ ਕਰਮ ਕਰੇ ਆਇਆ। ਉਹ ਸੱਜਣਾ ਜਦ ਕੁਝ ਵੀ ਨਹੀਂ ਸੀ ਤੂੰ ਉਦੋਂ ਕੀ ਕਰ ਲੈਂਦਾ? ਮਾਂ ਦੇ ਪੇਟ 'ਚ ਤੂੰ ਕੀ ਕਰ ਲੈਂਦਾ? ਉੱਥੇ ਕਿਹੜਾ ਆਪ ਹਲ ਵਾਹੁੰਦਾ ਸੀ? ਉੱਥੇ ਵੀ ਉਹਨੇ ਰੱਖਿਆ ਨਾ। ਗਰਭ ਅਗਰ ਮੈਂ ਜਿਹਨੇ ਮੈਂ ਉਭਾਰਿਆ, ਵਾਰ ਅਵਸਥਾ ਤੁਝੇ ਪਿਆਰੇ ਦੂਧ, ਪਰ ਜੋਗਨ ਭੋਜਨ ਸੁਖ ਸੂਦ। ਗੁਰਬਾਣੀ ਦੀ ਵਿਚਾਰ ਹੈ ਉਹ ਰੱਖਦਾ ਜੀ। ਅੰਦਰ ਵੀ ਰੱਖਿਆ, ਬਾਹਰ ਵੀ ਰੱਖਿਆ, ਅੱਗੇ ਵੀ ਨੂੰ ਵੀ ਰੱਖੂਗਾ। ਸਾਡੇ ਹੱਥ 'ਚ ਕੁਛ ਨਹੀਂ ਆ। ਸੋ ਗੁਰਮੁਖੋ ਉਹ ਕਹਿੰਦੇ ਝੂਠੇ ਦਾਨ ਨਹੀਂ ਕਰਨੇ। ਇੱਕ ਦਿਨ ਐਸਾ ਆਏਗਾ ਖਾਲਸਾ ਜੀ, ਮਹਾਰਾਜ ਦੇ ਬਚਨ ਕਿ ਅਸੀਂ ਸੱਚਮੁੱਚ ਆਪਣਾ ਸਾਰਾ ਪ੍ਰਵਾਨ ਦਾਨ ਕਰਾਂਗੇ, ਵਾਪਸ ਨਹੀਂ ਲਵਾਂਗੇ। ਆਖੋ ਸਤਿਨਾਮ। ਕੌਮ ਤੋਂ ਦਾਨ ਕਰ ਦਿੱਤਾ ਜੀ। ਫਿਰ ਕਿਤੇ ਨਹੀਂ ਕਿਹਾ ਮੈਂ ਪੁੱਤ ਬਾਰੇ, ਮੈਂ ਪਿਤਾ ਬਾਰੇ, ਕਿਤੇ ਨਹੀਂ ਆਖਿਆ ਮੈਂ ਘਰ ਬਾਰ ਛੱਡਿਆ, ਕਿਤੇ ਨਹੀਂ। ਚਲੋ ਇਹ ਆਪਣੀਆਂ ਵਿਚਾਰਾਂ ਨੇ। ਜੋ ਵਿਚਾਰਾਂ ਆਪਾਂ ਮਹਾਰਾਜ ਦੇ ਜੀਵਨ ਦੀਆਂ ਕਰਦੇ ਆ, ਐਸੇ ਸ਼ਬਦ ਨਹੀਂ ਬਣੇ ਜਿਨ੍ਹਾਂ ਦੇ ਨਾਲ ਬਾਜਾਂ ਵਾਲੇ ਦੀ ਤਾਰੀਫ ਅਸੀਂ ਕਰ ਸਕੀਏ, ਉਹਨਾਂ ਦੀ ਵਡਿਆਈ ਕਰ ਸਕੀਏ। ਐਸਾ ਕੋਈ ਕਾਗਜ਼, ਐਸੀ ਕਲਮ ਨਹੀਂ ਬਣੀ। ਤੇਰੀ ਕੁਰਬਾਨੀ ਤੱਕ ਦਾਤਾ, ਮੈਨੂੰ ਸ਼ਬਦਾਂ ਦੀ ਥੁੜ ਪੈਂਦੀ ਹੈ। ਕਲਮ ਵੀ ਜਿਹੜੀ ਆ ਰੋਣ ਲੱਗ ਪੈਂਦੀ ਆ। ਰਾਤ ਵਿਚਾਰਿਆ ਸੀ ਸਾਹਿਬਜ਼ਾਦਿਆਂ ਨੂੰ ਜਦੋਂ ਨੀਹਾਂ 'ਚ ਚਿਣਿਆ ਗਿਆ, ਸਾਹ ਘੁੱਟੇ, ਕੰਧ ਫਟ ਗਈ, ਡਿੱਗ ਗਈ, ਸਾਹਿਬਜ਼ਾਦੇ ਪਏ ਆ ਇੱਟਾਂ ਦੇ ਵਿੱਚ, ਬੇਹੋਸ਼ ਹਾਲਤ ਦੇ ਵਿੱਚ। ਹੋਸ਼ ਵਿੱਚ ਲਿਆਂਦਾ ਗਿਆ, ਤਲੀਆਂ ਝੱਸੀਆਂ ਗਈਆਂ ਸਾਹਿਬਜ਼ਾਦਿਆਂ ਦੀਆਂ, ਤੇ
ਉਹ ਜਿਹੜੇ ਸਮਾਣੇ ਦੇ ਜਲਾਦ ਸਨ, ਸਾਸਲ ਵੇਗ ਬਾਸਲ ਵੇਗ, ਉਹਨਾਂ ਨੇ ਫਿਰ ਸਾਹਿਬਜ਼ਾਦਿਆਂ ਨੂੰ ਜਿਹਾ ਕੀਤਾ। ਕਹਿੰਦੇ ਸਾਹਿਬਜ਼ਾਦਿਓ ਮੰਨ ਜਾਓ, ਅਸੀਂ ਖਾਨਦਾਨੀ ਜਲਾਦ ਹਾਂ। ਗੁਰੂ ਅਰਜਨ ਸਾਹਿਬ ਜੀ ਨੂੰ ਵੀ ਉਹਨਾਂ ਦੇ ਵਡੇਰਿਆਂ ਨੇ ਤੱਤੀ ਤਵੀ ਤੇ ਬਿਠਾ ਕੇ ਹੇਠਾਂ ਅੱਗ ਬਾਲੀ ਸੀ, ਜਿਹੜੇ ਸਮਾਣੇ ਦੇ ਜਲਾਦ ਸਨ, ਸਾਸਲ ਵੇਗ ਬਾਸਲ ਵੇਗ। ਉਸ ਤੋਂ ਬਾਅਦ ਗੁਰੂ ਤੇਗ ਬਹਾਦਰ ਮਾਰੂ ਜੀ ਨੇ ਸ਼ਹੀਦ ਕੀਤਾ ਨਾ, ਸਤਿਗੁਰਾਂ ਦਾ ਸੀਸ ਧੜ ਤੋਂ ਅਲੱਗ ਕੀਤਾ, ਉਹ ਵੀ ਉਹਨਾਂ ਦਾ ਵਡੇਰਾ ਸੀ। ਉਹ ਆਖਣ ਲੱਗੇ ਸਾਹਿਬਜ਼ਾਦਿਓ ਉਹ ਵੀ ਸਾਡੇ ਵਡੇਰੇ ਸਨ, ਗੁਰੂ ਅਰਜਨ ਸਾਹਿਬ ਜੀ ਨੂੰ ਸ਼ਹੀਦ ਕਰਨ ਵਾਲੇ, ਜਿਨ੍ਹਾਂ ਨੇ ਅੱਗ ਬਾਲੀ। ਗੁਰੂ ਤੇਗ ਬਹਾਦਰ ਮਹਾਰਾਜ ਨੂੰ ਵੀ ਸਾਡੀ ਕੁਲਨੀ, ਅਸੀਂ ਖਾਨਦਾਨੀ ਜਲਾਦ ਹਾਂ, ਹੁਣ ਤੁਹਾਡੀ ਵਾਰੀ ਹੈ, ਮੰਨ ਜਾਓ, ਹੁਣ ਤੁਹਾਨੂੰ ਅਸੀਂ ਜਿਵਾ ਕਰਨਾ। ਉੱਥੇ ਜਵਾਬ ਸੀਗਾ ਜੀ, ਉਹ ਕਹਿੰਦੇ ਜਲਾਦੋ ਤੁਸੀਂ ਖਾਨਦਾਨੀ ਜਲਾਦ ਹੋ, ਤੁਹਾਡੀ ਪਰੰਪਰਾ ਹੈ, ਅਸੀਂ ਖਾਨਦਾਨੀ ਸ਼ਹੀਦ ਆਖੋ ਸਤਨਾਮ। ਜੇ ਤੁਹਾਨੂੰ ਖਾਨਦਾਨੀ ਜਲਾਦਤਾਈ ਕਰਨੀ ਆਉਂਦੀ ਹੈ, ਤੁਹਾਡਾ ਕੰਮ ਜਲਾਦਾਂ ਦਾ, ਤੇ ਸਾਡਾ ਕੰਮ ਧਰਮ ਬਚਾਉਣਾ, ਸ਼ਹੀਦਾਂ ਦਾ ਕੰਮ ਹੈ। ਅਸੀਂ ਖਾਨਦਾਨੀ ਸ਼ਹੀਦ ਹਾਂ। ਤੇ ਸਾਧ ਸੰਗਤ ਜੀ, ਸਾਹਿਬਜ਼ਾਦਿਆਂ ਨੂੰ ਛਾਤੀਆਂ ਤੇ ਬਹਿ ਕੇ ਜਿਵਾ ਕੀਤਾ ਗਿਆ। ਬਾਬਾ ਜ਼ੋਰਾਵਰ ਸਿੰਘ ਜੀ 2.5 ਮਿੰਟਾਂ ਦੇ ਵਿੱਚ ਜਦੋਂ ਸਾਹ ਰਗ ਵੱਢੀ ਨਾ, ਸਾਹ ਰਗ ਵੱਢੀ, ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਜੀ 2.5 ਮਿੰਟਾਂ ਦੇ ਵਿੱਚ ਬਾਬਾ ਜ਼ੋਰਾਵਰ ਸਿੰਘ ਜੀ ਸਰੀਰ ਛੱਡ ਗਏ। ਤੇ ਕਹਿੰਦੇ ਆ ਬਾਬਾ ਫਤਿਹ ਸਿੰਘ ਜੀ ਉਹ ਅੱਧੀ ਘੜੀ ਤੜਫਦੇ ਰਹੇ, 12.5 ਮਿੰਟ ਸਰੀਰ ਉਹਨਾਂ ਦਾ ਹਿਲਦਾ ਰਿਹਾ। ਜਿਵਾ ਕੀਤਾ ਗਿਆ, ਸਾਹ ਰਗ ਵੱਢੀ, ਖੂਨ ਦੀ ਧਾਰ ਨਿਕਲੀ ਗਲ ਦੇ ਵਿੱਚੋਂ ਜੀ, ਹੱਥ ਪੈਰ ਹਿਲਦੇ ਰਹੇ, ਤੜਫ ਤੜਫ ਕੇ। ਕਦੇ ਵੇਖਿਆ ਹੋਵੇਗਾ ਬੰਦਾ ਮਰਦਾ ਜੀ, ਕਈ ਵਾਰ ਕਿਸੇ ਤੋਂ ਕੁਛ ਵੱਜਦਾ ਜਾਂ ਗੋਲੀ ਵੱਜਦੀ ਹੈ, ਕੋਈ ਮਾਰਦਾ। ਅੱਜ ਵੀ ਬਥੇਰੇ ਜਲਾਦ ਨੇ, ਵੱਢਦੇ ਨੇ, ਕਿਵੇਂ ਬੰਦਾ ਤੜਫ ਤੜਫ ਮਰਦਾ। ਤੇ ਉਹ ਨਿੱਕੇ ਨਿੱਕੇ ਮਾਸੂਮ ਬੱਚੇ, ਨਿੱਕੀਆਂ ਨਿੱਕੀਆਂ ਜਿੰਦਾਂ, ਕਿੰਨਾ ਅਸੀਂ ਇਹਨਾਂ ਨੂੰ ਸਾਂਭ ਰੱਖਣੇ ਆਪਣੇ ਬੱਚਿਆਂ ਨੂੰ। ਕਦੇ ਆਪਣੇ ਬੱਚਿਆਂ ਚੋਂ ਉਹਨਾਂ ਸਾਹਿਬਜ਼ਾਦਿਆਂ ਨੂੰ ਵੇਖਣ ਦੀ ਕੋਸ਼ਿਸ਼ ਕਰਾਂਗੇ ਨਾ ਜੀ, ਅੰਦਰੋਂ ਚੇਤੇ ਆ ਜਾਣਗੇ। ਅਸੀਂ ਕੰਡਾ ਲੱਗਿਆ ਨਹੀਂ ਜਰਦੇ ਬੱਚੇ ਦੇ, ਕਹਿ ਦਿੰਦੇ ਆ ਘਰਦਿਆਂ ਨੂੰ ਕਿ ਕੰਮ ਖਰਾਬ ਹੋ ਜਾਣ ਦੇ ਕੋਈ ਗੱਲ ਨਹੀਂ, ਪਰ ਜਵਾਕ ਬੱਚਾ ਨਹੀਂ ਰੋਣਾ ਚਾਹੀਦਾ। ਬੱਚੇ ਦੇ ਸੱਟ ਨਾ ਵੱਜੇ, ਗੌਰ ਰੱਖਿਓ, ਆਪਾਂ ਰੱਖਦੇ ਹਾਂ ਗੌਰ। ਤੇ ਉਹ ਤੜਫ ਤੜਫ ਕੇ ਸਾਹਿਬਜ਼ਾਦੇ ਸੰਸਾਰ ਦੇ ਵਿੱਚੋਂ ਚਲੇ ਗਏ। ਉਹ ਟਾਈਮ ਫਿਰ ਕੋਈ ਨਹੀਂ ਸੀ ਆਇਆ। ਫਿਰ ਕੌਣ ਆਇਆ ਸੀ? ਦੀਵਾਨ ਸੇਠ ਟੋਡਰ ਮੱਲ। ਅੱਜ ਤੱਕ ਸੰਸਾਰ ਦੀ, ਆਲ ਵਰਲਡ ਦੀ ਮਹਿੰਗੀ ਜ਼ਮੀਨ ਜਿੱਥੇ ਸਾਹਿਬਜ਼ਾਦਿਆਂ ਦਾ ਸੰਸਕਾਰ ਕੀਤਾ ਜੀ, ਮਾਤਾ ਗੁਜਰ ਕੌਰ ਦਾ ਸੰਸਕਾਰ ਕੀਤਾ, ਸ਼ਰਤਾਂ ਹੀ ਐਸੀਆਂ ਰੱਖੀਆਂ ਗਈਆਂ ਉਹਨਾਂ ਤੁਰਕਾਂ ਨੇ, ਮੁਗਲਾਂ ਨੇ, ਖੜੀਆਂ ਮੋਹਰਾਂ ਵਿਛਾਈਆਂ ਜੀ ਉਹਨੇ, ਸਭ ਕੁਝ ਵੇਚ ਵੱਟ ਕੇ। ਨਾਲ ਦੇਖੋ ਕੋਈ ਚੜ੍ਹਾਈ ਕਰ ਜੇ ਨਾ, ਮਾੜੇ ਤੋਂ ਮਾੜਾ ਬੰਦਾ ਵੀ ਸੰਸਾਰ 'ਚ, ਪਿੰਡ 'ਚ, ਉਹਦੇ ਨਾਲ 10-20 ਬੰਦੇ ਤਾਂ ਤੁਰੇ ਪੈਂਦੇ ਨੇ। ਪਰ ਗੁਰਮੁਖੋ ਉਸ ਟਾਈਮ ਮਾਤਾ ਗੁਜਰ ਕੌਰ ਜੀ, ਛੋਟੇ ਸਾਹਿਬਜ਼ਾਦਿਆਂ ਦੇ ਸਰੀਰ ਨੂੰ ਚੁੱਕਣ ਕੋਈ ਨਹੀਂ ਸੀ ਆਇਆ, ਕੋਈ ਨਾਲ ਨਹੀਂ ਸੀ, ਡਰ ਸੀ। ਸੋ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ, ਸੇਠ ਟੋਡਰ ਮੱਲ ਨੇ ਬਹੁਤ ਮਹਿੰਗੇ ਕਹਿੰਦੇ ਨੇ ਮਜ਼ਦੂਰ ਖਰੀਦੇ ਕਈ ਵਿਚਾਰਾਂ ਨੇ, ਪਰ ਵਿਚਾਰ ਇਹ ਹੈ ਵੀ ਕੋਈ ਨਾਲ ਨਹੀਂ ਸੀ ਤੁਰਿਆ। ਉਹ ਵੀ ਜਿਹੜੇ ਖਰੀਦੇ ਪੈਸੇ ਦੇ ਕੇ, ਦਿਹਾੜੀਦਾਰ। ਜੋਤੀ ਸਰੂਪ ਜਿੱਥੇ ਸਥਾਨ ਬਣਿਆ ਵਾ, ਉੱਥੇ ਚਿਖਾ ਤਿਆਰ ਕਰਕੇ
ਮਾਤਾ ਗੁਜਰ ਕੌਰ ਛੋਟੇ ਸਾਹਿਬਜ਼ਾਦਿਆਂ ਦਾ ਸੰਸਕਾਰ ਕੀਤਾ। ਆਲੇ ਦੁਆਲੇ ਇਕੱਠਿਆਂ ਦੀ ਚਿਖਾ ਬਾਲੀ ਜੀ। ਮਾਤਾ ਗੁਜਰ ਕੌਰ ਦੇ ਸੱਜੇ ਖੱਬੇ ਸਾਹਿਬਜ਼ਾਦਿਆਂ ਦੇ ਸਰੀਰ ਪਾ ਕੇ ਉਹਨਾਂ ਦਾ ਸੰਸਕਾਰ ਕੀਤਾ। ਇੱਕ ਉਹ ਨੇ ਜਿਨ੍ਹਾਂ ਨੇ ਸੇਵਾ ਲਈ ਗੁਰੂ ਕੇ ਲਾਲਾਂ ਦੀ, ਸਤਿਕਾਰ ਦੇ ਨਾਲ ਉਹਨਾਂ ਦਾ ਨਾਮ ਲਿਆ ਜਾਂਦਾ ਰਹੇਗਾ ਸੰਸਾਰ 'ਚ। ਤੇ ਇੱਕ ਉਹ ਨੇ ਜਿਨ੍ਹਾਂ ਨੇ ਜਿਵਾ ਕੀਤਾ, ਜ਼ੁਲਮ ਕੀਤਾ, ਕਹਿਰ ਢਾਇਆ, ਤੇ ਰਹਿੰਦੀ ਦੁਨੀਆ ਤੱਕ ਉਹਨਾਂ ਨੂੰ ਲਾਹਨਤਾਂ ਪੈਂਦੀਆਂ ਰਹਿਣਗੀਆਂ, ਰਹਿੰਦੀ ਦੁਨੀਆ ਤੱਕ। ਕਰਮਾਂ ਵਾਲੇ ਉਹ ਜਿਨ੍ਹਾਂ ਨੇ ਸੇਵਾ ਲੈ ਲਈ। ਮਲੇਰਕੋਟਲੇ ਦੇ ਨਵਾਬ ਨੇ ਸਿਰਫ ਹਾਂ ਦਾ ਨਾਰਾ ਮਾਰਿਆ ਸੀ, ਹੈ ਦੁਸ਼ਮਣ ਸੀ ਮਹਾਰਾਜ ਦਾ। ਫਿਰ ਖਾਲਸੇ ਨੇ ਰੱਖਿਆ ਕੀਤੀ ਹੈ ਜੀ ਮਲੇਰਕੋਟਲੇ ਦੀ। ਫਿਰ ਉਹ ਸਮਾਣੇ ਦੇ ਜਲਾਦ ਜਿਹੜੇ ਸਨ, ਆ ਗਿਆ ਬੰਦਾ ਸਿੰਘ ਬਹਾਦਰ ਚੜ੍ਹ ਕੇ, ਢਾਤਾ ਜੀ ਸਮਾਣਾ ਸਢੌਰਾ ਢੇਰੀ ਕਰ ਦਿੱਤਾ। ਸੋ ਬਹੁਤ ਮਹਿੰਗੀ ਉਹ ਜ਼ਮੀਨ ਖਰੀਦੀ ਸੇਠ ਟੋਡਰ ਮੱਲ ਨੇ। ਸੰਸਕਾਰ ਹੋਇਆ ਜੀ ਉਹਨਾਂ ਦਾ। ਤੇ ਬਾਜਾਂ ਵਾਲੇ ਆਹ ਦਿਨਾਂ ਦੇ ਵਿੱਚ ਸਫ਼ਰ ਦੇ ਵਿੱਚ ਰਹੇ। ਸਫ਼ਰ ਦੇ ਵਿੱਚ ਮਾਛੀਵਾੜੇ ਦੇ ਜੰਗਲਾਂ ਤੋਂ ਤੁਰੇ ਨੇ, ਗੁਲਾਬੇ ਮਸੰਦ ਦੇ ਖੂਹ ਤੋਂ ਤੁਰੇ ਨੇ। ਵਿਚਾਰ ਆਪਾਂ ਪਿੱਛੇ ਕਰਕੇ ਆਏ ਆ। ਨੀਲਾ ਬਾਣਾ ਰੰਗਾ ਕੇ ਲਿਆਂਦਾ ਸੀ ਮਹਾਰਾਜ ਜੀ ਵਾਸਤੇ ਗੁਲਾਬੇ ਮਸੰਦ ਨੇ। ਉੱਥੋਂ ਫਿਰ ਗੁਰੂ ਸਾਹਿਬ ਜੀ ਉੱਚ ਦੇ ਪੀਰ ਬਣ ਕੇ ਤੁਰੇ ਸਨ। ਸਾਹਿਬਜ਼ਾਦੇ ਸਤਲੁਜ ਦੇ ਕੰਢੇ ਤੋਂ ਕੁੰਮੇ ਮਾਸ਼ਕੀ ਦੀ ਝੌਂਫੜੀ ਚੋਂ ਕਾਈ ਨਾਰ ਹੁੰਦੇ ਹੋਏ, ਕਾਈ ਨੋਰ ਹੁੰਦੇ ਹੋਏ, ਗੰਗੂ ਦੇ ਪਿੰਡ ਹੁੰਦੇ ਹੋਏ, ਕੋਤਵਾਲੀ ਮੋਰਿੰਡੇ ਹੁੰਦੇ ਹੋਏ, ਠੰਡੇ ਬੁਰਜ 'ਚ ਹੁੰਦੇ ਹੋਏ ਸ਼ਹੀਦੀ ਪਾ ਗਏ ਨੇ। ਤੇ ਮਹਾਰਾਜ ਇਹ ਦਿਨਾਂ 'ਚ ਸਫ਼ਰ 'ਚ ਰਹੇ। ਉੱਥੋਂ ਤੁਰੇ ਨੇ ਮਹਾਰਾਜ ਉੱਚ ਦੇ ਪੀਰ ਬਣ ਕੇ। ਤੇ ਗੁਰਮੁਖੋ ਦੋ ਮੁਸਲਮਾਨ ਖਾਨ ਮਹਾਰਾਜ ਦੇ ਸੇਵਕ, ਗਨੀ ਖਾਨ, ਨਬੀ ਖਾਨ। ਮਹਾਰਾਜ ਜਦੋਂ ਉੱਚ ਦੇ ਪੀਰ ਬਣ ਕੇ ਨਿਕਲੇ, ਪਲੰਗੇ ਦੇ ਅੱਗੇ ਲੱਗੇ ਨੇ। ਪਲੰਗੇ ਦੇ ਅੱਗੇ ਅਗਲਾ ਪਾਸਾ ਜਿਹੜਾ ਸੀ ਚੁੱਕਿਆ, ਵੀ ਦਇਆ ਸਿੰਘ, ਧਰਮ ਸਿੰਘ ਪਿਆਰੇ, ਉਹਨਾਂ ਨੇ ਪਲੰਗਾ ਪਿੱਛੋਂ ਚੁੱਕਿਆ ਜੀ ਤੇ ਜਾ ਰਹੇ ਨੇ। ਉੱਚ ਦੇ ਪੀਰ ਬਣ ਕੇ ਮਹਾਰਾਜ ਤੁਰੇ। ਆਲਮਗੀਰ ਵੱਲ ਨੂੰ ਜਦੋਂ ਆਏ ਆ, ਰਸਤੇ ਵਿੱਚ ਮਿਲ ਗਈਆਂ ਮੁਗਲ ਫੌਜਾਂ। ਪੁੱਛਿਆ ਵੀ ਇਹ ਕੌਣ ਨੇ? ਤੇ ਉਹਨਾਂ ਨੇ ਆਖਿਆ ਇਹ ਉੱਚ ਦੇ ਪੀਰ ਨੇ। ਨਬੀ ਗਨੀ ਖਾਨ ਨੇ ਆਖਿਆ ਕਿ ਇਹ ਉੱਚ ਦੇ ਪੀਰ ਨੇ। ਉੱਚ ਇੱਕ ਪਿੰਡ ਦਾ ਨਾਮ ਹੈ। ਉੱਥੇ ਦਾ ਜਿਹੜਾ ਵੀ ਪੀਰ ਹੁੰਦਾ ਉਹ ਉੱਚ ਦੀ ਪੀਰ ਵੱਜਦਾ ਹੈ। ਉਹ ਕਹਿੰਦੇ ਫਿਰ ਇਹ ਉੱਚ ਸਤਿਕਾਰਯੋਗ ਹਸਤੀ ਸਮਝਦੇ ਸਨ। ਉੱਚ ਦੇ ਪੀਰ ਨੇ ਕਹਿੰਦੇ ਚਲੋ ਸਾਡੇ ਨਾਲ, ਅਸੀਂ ਇਹਨਾਂ ਦਾ ਜਲ ਪਾਣੀ ਕਰਨਾ, ਸਤਿਕਾਰ ਕਰਨਾ, ਜੋ ਵੀ ਉਹਨਾਂ ਨੇ ਛਕਾਉਣਾ ਵੀ ਸਤਿਕਾਰ ਕਰਾਂਗੇ, ਸਾਡੇ ਨਾਲ ਚਲੋ। ਹੁਣ ਕਹਿਣ ਕੀ, ਜਵਾਬ ਕੀ ਦੇਣ? ਫਿਰ ਉਹਨਾਂ ਨੇ ਆਖਿਆ ਵੀ ਪੀਰ ਦੇ ਰੋਜ਼ੇ ਰੱਖੇ ਹੋਏ ਨੇ। ਉਹ ਕਹਿੰਦੇ ਇਹਨਾਂ ਦੇ ਰੋਜ਼ੇ ਰੱਖੇ ਹੋਏ ਨੇ, ਇਹਨਾਂ ਨੇ ਕੁਝ ਖਾਣਾ ਨਹੀਂ। ਫਿਰ ਉਹ ਆਖਣ ਲੱਗੇ ਜੇ ਪੀਰ ਦੇ ਰੋਜ਼ੇ ਨੇ, ਜੇ ਪੀਰ ਨੇ ਰੋਜ਼ੇ ਰੱਖੇ ਹੋਏ ਨੇ, ਤਾਨੇ ਤਾਂ ਨਹੀਂ ਰੋਜ਼ੇ ਰੱਖੇ ਹੋਏ, ਚਲੋ ਸਾਡੇ ਨਾਲ, ਤੁਹਾਨੂੰ ਛਕਾਵਾਂਗੇ, ਤੁਸੀਂ ਪੀਰ ਦੇ ਸੇਵਾਦਾਰ। ਹੁਣ ਜਵਾਬ ਕੀ ਦੇ? ਤੇ ਗੁਰਮੁਖੋ ਕਹਿੰਦੇ ਆ ਨਾਲ ਗਏ। ਉਹਨਾਂ ਨੇ ਤਿਆਰੀ ਵਿਆਰੀ ਕੀਤੀ ਛਕਣ ਛਕਾਉਣ ਦੀ। ਮਾਸ ਮਿੱਟੀ ਲਿਆਂਦਾ ਜੀ। ਉਹ ਚਲੋ ਜਿਹੜੇ ਗਨੀ ਖਾਨ, ਨਬੀ ਖਾਨ, ਉਹ ਤੁਰਕ ਸਨ, ਮੁਸਲਮਾਨ ਸੀ। ਭਾਈ ਦਇਆ ਸਿੰਘ, ਧਰਮ ਸਿੰਘ ਆਖਣ ਲੱਗੇ ਮਹਾਰਾਜ ਹੁਣ ਕੀ ਕਰਾਂਗੇ? ਅਸੀਂ ਕੀ ਕਰਾਂਗੇ? ਹੁਣ ਆਪਣੀ ਤਾਂ ਇਹ ਸ਼ਰ੍ਹਾ ਨਹੀਂ, ਆਪਣੀ ਤਾਂ ਇਹ ਰਹਿਤ ਨਹੀਂ ਆ ਮਾਸ ਮਿੱਟੀ ਖਾਣਾ। ਗੁਰੂ ਸਾਹਿਬ ਆਖਣ ਲੱਗੇ ਕੋਈ ਨਹੀਂ ਸਿੰਘੋ, ਅਕਾਲ ਪੁਰਖ ਪਰਮੇਸ਼ਰ ਦੇ ਭਰੋਸਾ ਰੱਖੋ, ਅਕਾਲ ਪੁਰਖ ਪਰਮਾਤਮਾ ਦੇ ਭਰੋਸਾ ਰੱਖੋ। ਤੇ ਸਿੰਘਾਂ ਨੇ ਫਿਰ ਮਹਾਰਾਜ ਦੇ ਕਈ ਬਚਨ ਅਨੁਸਾਰ ਅਰਦਾਸਾ ਕੀਤਾ। ਆਖਣ ਲੱਗੇ ਕਿ ਅਰਦਾਸ ਕਰਕੇ ਪਰਮੇਸ਼ਰ ਦੇ ਚਰਨਾਂ 'ਚ, ਗੁਰੂ ਨਾਨਕ ਦੇ ਚਰਨਾਂ 'ਚ ਕਿਰਪਾਨ ਭੇਟ ਕਰ ਦੇ, ਉਹ ਮਿਹਰ ਕਰਨਗੇ। ਉਥੋਂ
ਚੱਲਿਆ ਜੀ, ਜਿਹੜਾ ਆਪਾਂ ਦੇਗ ਦੇ ਵਿੱਚ ਕਿਰਪਾਨ ਭੇਟ ਕਰਨੇ ਹਨ, ਉਸ ਤੋਂ ਪਹਿਲਾਂ ਤੀਰ ਭੇਟ ਕੀਤਾ ਜਾਂਦਾ ਸੀ। ਤੀਰ ਦੇਗ ਦੇ ਵਿੱਚ, ਉੱਥੋਂ ਚੱਲਿਆ ਕਿਰਪਾਨ ਭੇਟ। ਗੁਰਦੁਆਰਾ ਸਾਹਿਬ ਵੀ ਬਣਿਆ ਨਿਸ਼ਾਨੀ, ਸੰਗਤਾਂ ਜਾਂਦੀਆਂ ਨੇ ਦਰਸ਼ਨ ਕਰਦੀਆਂ ਨੇ। ਕਿਰਪਾਨ ਭੇਟ ਗੁਰਦੁਆਰਾ ਸਾਹਿਬ, ਉੱਥੇ ਫਿਰ ਸਿੰਘਾਂ ਨੇ ਅਰਦਾਸ ਕਰਕੇ ਕਿਰਪਾਨ ਭੇਟ ਕੀਤੀ ਜੀ। ਉਹ ਜਿਹੜਾ ਸਾਰਾ ਮਾਸ ਮਿੱਟੀ ਸੀ, ਉਹ ਸੀਤ ਪ੍ਰਸਾਦ ਸਾਦਾ ਲੰਗਰ ਬਣ ਗਿਆ ਸੀ ਜੀ। ਆਖੋ ਸਤਨਾਮ। ਮਹਾਰਾਜ ਆਖਣ ਲੱਗੇ, ਸਿੰਘੋ ਜਿਹੜੇ ਨੇ ਇਤਨੇ ਜੰਗਾਂ ਯੁੱਧਾਂ ਚੋਂ ਲਿਆਂਦਾ, ਇਤਨਾ ਹੌਸਲਾ ਦਿੱਤਾ, ਉਹ ਤੁਹਾਡੇ ਵਾਸਤੇ ਇੱਕ ਖਾਣਾ ਨਹੀਂ ਸ਼ੁੱਧ ਕਰ ਸਕਦਾ। ਭਰੋਸਾ ਰੱਖ ਕੇ ਬੇਨਤੀ ਜਦੋਂ ਕੋਈ ਕਰਦਾ ਨਾ ਜੀ, ਮਹਾਰਾਜ ਭੋਗ ਲਾਉਂਦੇ ਨੇ। ਪ੍ਰਵਾਨ ਹੋਣਾ ਸ਼ਬਦ ਨਹੀਂ ਵਰਤਣਾ। ਬੇਨਤੀ ਹੈ, ਕਈ ਥਾਂ ਦੇਖਿਆ ਜੀ ਪ੍ਰਵਾਨ ਹੋਵੇ। ਪ੍ਰਵਾਨ ਜਿਹੜਾ ਹੁੰਦਾ ਨਾ, ਪ੍ਰਵਾਨ ਹੋਣਾ ਖਾਣਾ ਨਹੀਂ ਹੁੰਦਾ। ਹੁਣ ਆਪਾਂ ਕਹਿੰਦੇ ਮਹਾਰਾਜ ਤੁਹਾਡੇ ਦਰ ਤੇ ਆਈਆਂ ਤਿਲ ਫਿਲ ਭੇਟਾਵਾਂ, ਅਰਦਾਸਾਂ ਮਿੰਨਤੀਆਂ ਦਰਗਾਹ ਦੇ ਵਿੱਚ ਪ੍ਰਵਾਨ ਕਰਨੀਆਂ, ਉਹ ਹੁੰਦਾ ਪ੍ਰਵਾਨ। ਦੇਗ ਨੂੰ ਪ੍ਰਵਾਨ ਹੋਣਾ ਨਹੀਂ ਵਰਤਣਾ। ਉੱਥੇ ਮਹਾਰਾਜ ਨੂੰ ਅਸੀਂ ਨਿਮਰਤਾ ਸਹਿਤ ਬੇਨਤੀ ਕਰਨੀ ਹੁੰਦੀ ਹੈ, ਸੱਚੇ ਪਾਤਸ਼ਾਹ ਜੀ ਆਪ ਜੀ ਕਿਰਪਾ ਕਰਕੇ ਭੋਗ ਲਾਵੋ। ਜਦੋਂ ਏਦਾਂ ਸ਼ਰਧਾ ਰੱਖ ਕੇ ਬੇਨਤੀ ਕਰਾਂਗੇ, ਮਹਾਰਾਜ ਭੋਗ ਲਾਉਂਦੇ ਨੇ। ਇਹ ਨਹੀਂ ਕਿ ਅਸੀਂ ਇਹ ਛਕਨੇ ਆ, ਮਹਾਰਾਜ ਵੀ ਛਕਦੇ। ਜਿਹੜੇ ਸਿੱਖ ਦੀ ਸ਼ਰਧਾ ਹੈ ਨਾ ਜੀ, ਉਹਦੇ ਵਾਸਤੇ ਛਕਦੇ ਨੇ। ਜਿਹਦੀ ਸ਼ਰਧਾ ਹੀ ਨਹੀਂ, ਪ੍ਰਵਾਨ ਕਰਾ ਕੇ ਆਪ ਪਤਾ ਛਕੇ ਲੈਣਾ, ਇਹ ਨਹੀਂ, ਘੱਟ ਹੀ ਹੈ। ਪ੍ਰਵਾਨ ਹੋਇਆ ਸ਼ਬਦ ਨਹੀਂ ਵਰਤਣਾ। ਪ੍ਰਵਾਨ ਹੋਣਾ ਜਿਹੜਾ ਨਾ ਜੀ, ਕਿ ਪ੍ਰਵਾਨ ਕਰਿਓ, ਇੱਕ ਹੋਵੇ ਇੱਕ ਕਰਿਓ, ਉਹ ਹੋ ਗਿਆ ਹੁਕਮ ਕਰਨਾ। ਹੁਣ ਗੁਰੂ ਨੂੰ ਅਸੀਂ ਹੁਕਮ ਥੋੜੀ ਕਰਨਾ, ਗੁਰੂ ਨੂੰ ਅਸੀਂ ਨੇ ਬੇਨਤੀ ਕਰਨੀ ਹੈ, ਮਹਾਰਾਜ ਆਪ ਜੀ ਕਿਰਪਾ ਕਰਕੇ ਭੋਗ ਲਾਓ ਜੀ। ਅਨੇਕ ਪ੍ਰਕਾਰ ਭੋਜਨ ਵੋ ਕੀਏ, ਬਹੁ ਬਿੰਦਨ ਮਸਟਾਏ, ਕਰੀ ਪਾਕਸਾਲ ਸੋਚ ਪਵਿੱਤਰਾ, ਹੁਣ ਲਾਵੋ ਭੋਗ। ਇਹ ਬਚਨ ਐਵੇਂ ਥੋੜੀ ਲਿਖਿਆ ਮਹਾਰਾਜ ਕਿਰਪਾ ਕਰਕੇ ਭੋਗ ਲਾਵੋ। ਉੱਥੇ ਫਿਰ ਸ਼ਬਦ ਉਹਨਾਂ ਨੇ ਵਰਤੇ। ਉਹ ਮਾਸ ਮਿੱਟੀ ਜਿਹੜਾ ਸੀ ਜੀ, ਸ਼ੀਤ ਪ੍ਰਸਾਦ ਬਣ ਗਿਆ, ਸਾਦਾ ਲੰਗਰ ਬਣ ਗਿਆ, ਉਹ ਫਿਰ ਛਕਿਆ ਸਿੰਘਾਂ ਨੇ। ਉੱਥੇ ਚਾਲੇ ਪਾਏ ਨੇ ਮਹਾਰਾਜ। ਕਿੱਥੇ ਪਹੁੰਚੇ ਜੀ? ਆਲਮਗੀਰ। ਉੱਥੋਂ ਫਿਰ ਹੁੰਦੇ ਹੋਏ ਮਹਾਰਾਜ ਜੀ ਪਾਤਸ਼ਾਹ ਜੀ ਵੱਖ ਥਾਵਾਂ ਤੋਂ ਹੇਰਾ ਹੁੰਦੇ ਹੋਏ, ਜਿੱਥੇ ਦਾ ਕਿਰਪਾਲ ਦਾ ਸਾਧੂ ਸੀ, ਜਿਹਨੇ ਉਦਾਸੀਆਂ ਦੀ ਜੜ ਹਰੀ ਰੱਖੀ ਸੀ। ਭਗਾਣੀ ਦੇ ਜੰਗ ਦੇ ਵਿੱਚੋਂ ਜਦੋਂ ਭੱਜੇ ਸਨ ਜੀ, 500 ਸਾਧੂ ਭੱਜ ਗਏ ਸੀ ਸਾਰੇ। ਇੱਕ ਕਿਰਪਾਲ ਦਾ ਸਾਧੂ ਰਹਿ ਗਿਆ ਸੀ, ਉਦਾਸੀ ਸਾਧੂ। ਮਹਾਰਾਜ ਆਖਣ ਲੱਗੇ ਵੀ ਬਾਕੀ ਕਿੱਧਰ ਗਏ? ਪਤਾ ਲੱਗਿਆ ਵੀ ਸਵੇਰ ਨੂੰ ਜੰਗ ਹੋਣਾ ਹੈ। ਭੱਜ ਗਏ ਸਾਰੇ ਭਗਾਣੀ ਦੀ ਜੰਗ ਦੇ ਵਿੱਚੋਂ, ਸਾਥ ਛੱਡ ਕੇ ਮਹਾਰਾਜ ਦਾ। ਕੇਵਲ ਉਹ ਰਹਿ ਗਿਆ। ਉਹਨੇ ਆਖਿਆ ਸੀ ਮਹਾਰਾਜ ਭੱਜ ਗਏ ਸਾਰੇ, ਛਕਣ ਵਾਲੇ ਸੀ। ਫਿਰ ਮਹਾਰਾਜ ਨੇ ਬਚਨ ਕੀਤਾ ਸੀ, ਕਿਰਪਾਲ ਦਾ ਸਾਧੂ ਜੀ ਤੁਸੀਂ ਉਦਾਸੀਆਂ ਦੀ ਜੜ ਹਰੀ ਰੱਖ ਲਈ। ਉਦਾਸੀਆਂ ਦੀ ਜੜ ਹਰੀ ਰਹੇਗੀ ਇੱਕ ਸਾਧੂ ਕਰਕੇ। ਜਿਵੇਂ ਉਹ ਇੱਕ ਮੁਸਲਮਾਨ ਨਵਾਬ ਮਲੇਰਕੋਟਲਾ ਜਿਹੜਾ ਸੀ, ਉਹਨੇ ਹਾਂ ਦਾ ਨਾਰਾ ਮਾਰਿਆ, ਇੱਕ ਸਿਰਫ ਉਹਨੇ ਤਰਸ ਕਰਨ ਕਰਕੇ ਉਹਦਾ ਅੱਜ ਵੀ ਉਹ ਸ਼ਹਿਰ ਵਸ ਰਿਹਾ। ਉੱਥੇ ਹਮਲਾ ਨਹੀਂ ਕੋਈ ਕਰ ਸਕਦਾ, ਨਾ ਕੋਈ ਕਰ ਸਕੇਗਾ। ਅੱਜ ਤੱਕ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਗੁਰਮੁਖੋ ਉਹਨੇ ਜੜ ਹਰੀ ਰੱਖ ਲਈ। ਉਥੋਂ ਹੁੰਦੇ ਹੋਏ ਮਹਾਰਾਜ ਜੀ ਪਾਸੇ ਰਾਏ ਕੱਲੇ ਦੇ ਕੋਲ ਰਾਏਕੋਟ, ਜਿੱਥੇ ਟਾਹਲੀਆਣਾ ਸਾਹਿਬ ਗੁਰਦੁਆਰਾ ਸਾਹਿਬ ਬਣਿਆ, ਔਸਰ ਝੋਟੀ, ਜਿੱਥੇ ਮਾਤਾ ਨੇ ਫਿਰ ਧਾਰ ਕੱਢੀ ਸੀ, ਉਹ ਦੁੱਧ ਚੋਇਆ ਸੀ। ਕਿਸੇ ਮਹਾਰਾਜ ਤੁਹਾਨੂੰ ਦੁੱਧ ਛਕਾ ਦਿੰਦੇ। ਉਹ ਕਹਿੰਦੇ ਭਾਈ ਚੋਲੋ। ਕਹਿੰਦੇ ਜੀ ਕੋਈ ਹੈ ਹੀ ਨਹੀਂ ਦੁੱਧ ਵਾਲੀ ਮੱਝ। ਮਹਾਰਾਜ ਆਖਣ ਲੱਗੇ ਥਾਪੜਾ ਦੇ ਕੇ ਪਰਮੇਸ਼ਰ ਦਾ ਨਾਮ ਲੈ ਕੇ ਬਹਿ ਜਾਓ। ਔਸਰ ਝੋਟੀ ਦੁੱਧ ਚੋਇਆ, ਫਿਰ ਮਾਰੂ ਉਹ ਦੁੱਧ ਛਕਾਇਆ। ਉੱਥੋਂ ਭੇਜਿਆ ਸੀ ਰਾਏ ਕੱਲੇ ਦਾ ਜਿਹੜਾ ਨੌਕਰ ਸੀ ਨੂਰਾ ਮਾਹੀ, ਕਿ ਸਰਹੰਦ ਜਾਵੋ, ਉਥੋਂ ਖਬਰ ਲੈ ਕੇ ਆਓ ਮੇਰੇ ਲਾਲਾਂ ਦੀ। ਸਫ਼ਰ ਚ ਰਹੇ ਮਹਾਰਾਜ। ਫਿਰ ਨੂਰਾ ਮਾਹੀ ਪਹੁੰਚਿਆ ਸੀ ਜੀ। ਉੱਥੇ ਰਿਹਾ 2-3 ਦਿਨ ਸਰਹੰਦ। ਸਾਰੀ ਗੌਰ ਕੀਤੀ, ਗੱਲਬਾਤ
ਪਤਾ ਕੀਤੀ ਸਾਰਾ ਕੁਝ ਕੀ ਹੋਇਆ, ਕਿਵੇਂ ਹੋਇਆ, ਫਿਰ ਸੁਣਿਆ ਨਹੀਂ ਗਿਆ। ਫਿਰ ਨੱਠਿਆ ਮਹਾਰਾਜ ਦੇ ਵੱਲ ਨੂੰ ਆ ਕੇ ਫਿਰ ਉਹ ਸਾਰੀ ਖਬਰ ਦਿੱਤੀ ਸੀ। ਆਓ ਜੀ, ਰਹਿੰਦੀਆਂ ਵਿਚਾਰਾਂ ਅਗਲੇ ਸਮੇਂ 'ਚ ਵਿਚਾਰਾਂਗੇ। ਸੰਕੇਤ ਜਿਹੜੇ ਨੇ, ਸਿੱਖਿਆ ਜਿਹੜੀ ਆ, ਅਸੀਂ ਗੁਰੂ ਦੇ ਇਤਿਹਾਸ ਦੇ ਨਾਲ ਜੁੜਨਾ ਹੈ, ਉਹਨੂੰ ਅਪਣਾਉਣਾ ਹੈ ਜੀ। ਉਹਨਾਂ ਨੇ ਸਿੱਖੀ ਵਾਸਤੇ ਆ ਕੇਸ ਦਾੜਿਆਂ ਵਾਸਤੇ ਕੀ ਕੁਛ ਕੀਤਾ। ਧਰਮ ਨਹੀਂ ਛੱਡਿਆ ਚਾਰ ਛਿਲੜਾਂ ਦੇ ਲਈ, ਜ਼ਮੀਰਾਂ ਨਹੀਂ ਵੇਚੀਆਂ। ਬਾਕੀ ਫਿਰ ਮਰੇ ਮੁਕਰੇ ਦਾ ਕੀ, ਜਾਨ ਦੇਣੀ ਪ੍ਰਵਾਨ ਕਰ ਲਈ, ਬੱਚੇ ਕੁਰਬਾਨ ਕਰਨੇ ਪ੍ਰਵਾਨ ਕਰ ਲਏ। ਮਾਰਗ ਚੱਲਣਾ ਤਾਂ ਸੀ। ਠਾੜ ਪਿਓ ਮੈਂ ਜੋਰ ਕਰ ਬਚਨ ਕਾ ਸਿਰਨ ਆਏ, ਪੰਥ ਚਲੇ ਤਬ ਜਗਤ ਮੈਂ ਜਬ ਤੁਮ ਕਰੋ। ਇੰਨਾ ਵੱਡਾ ਜਿਗਰਾ ਕੌਣ ਕਰੂ। ਉੱਥੇ ਫਿਰ ਰੱਬ ਦਾ ਆਸਰਾ ਸੀਗਾ। ਐ ਰੱਬ ਜੀ, ਜੇ ਤੂੰ ਮੇਰੀ ਸਹਾਇਤਾ ਕਰੇਗਾ ਨਾ, ਫਿਰ ਜਿਹੜਾ ਤੁਸੀਂ ਮਾਰਗ ਕਹਿੰਦੇ ਹੋ ਚਲਾਉਣ ਨੂੰ, ਜਦੋਂ ਮਾਰਨ ਨੂੰ ਭੇਜਿਆ ਗਿਆ ਹੇਮਕੁੰਟ ਸਾਹਿਬ ਦੇ ਤਪੱਸਿਆ ਕਰਦਿਆਂ ਨੇ, ਬਚਨ ਸੀ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ, ਜੇ ਤੁਸੀਂ ਸਹਾਇਤਾ ਕਰੋਗੇ ਤਾਂ ਆਹ ਮਾਰਗ ਚੱਲਣਾ ਸੰਸਾਰ 'ਚ। ਨਹੀਂ, ਇੰਨਾ ਵੱਡਾ ਜਿਗਰਾ ਕਿਹੜਾ ਕਰਦੇ, ਇੰਨਾ ਵੱਡਾ ਦਿਲ ਕਿਹੜਾ ਕਰਦੇ। ਫਿਰ ਪਰਮੇਸ਼ਰ ਹੌਸਲਾ ਦਿੰਦੇ ਰਹੇ। ਉੱਥੇ ਮਹਾਰਾਜ ਦੇ ਬਚਨ ਨੇ, ਮੈਂ ਹੂੰ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸਾ। ਪੁੱਤ ਸਾਹਮਣੇ ਅੱਖਾਂ ਦੇ ਸ਼ਹੀਦ ਹੋ ਰਹੇ ਆ, ਰੋਏ ਨਹੀਂ, ਅਥਰੂ ਨਹੀਂ ਆਏ ਅੱਖਾਂ ਦੇ ਵਿੱਚੋਂ। ਇਹ ਵੀ ਨਹੀਂ ਕਿਹਾ ਮੇਰਾ ਪੁੱਤ ਮੇਰੇ ਸਾਹਮਣੇ ਅੱਖਾਂ ਦੇ ਸ਼ਹੀਦ ਹੋ ਗਿਆ ਜਾਂ ਮਰ ਗਿਆ, ਮੈਂ ਕੀ ਕਰੂੰਗਾ। ਇੱਥੇ ਤਾਂ ਬੰਦਾ ਥੋੜਾ ਜਿਹਾ ਦੁੱਖ ਤਕਲੀਫ ਨਹੀਂ ਝੱਲ ਸਕਦਾ ਆਪਣੇ ਬੱਚਿਆਂ ਦੇ। ਉਹ ਕਹਿੰਦੇ ਕਰ ਵਾਹਿਗੁਰੂ ਰਿਹਾ ਸੀ, ਮੈਂ ਤਾਂ ਵੇਖ ਰਿਹਾ ਸੀ। ਆ ਤਮਾਸ਼ਾ ਸੀ, ਰੱਬ ਕਰ ਰਿਹਾ ਸੀ, ਮੈਂ ਤਾਂ ਵੇਖਣ ਆਇਆ। ਵੇਖ ਕੇ ਚਲੇ ਗਏ। ਸੋ ਗੁਰਮੁਖੋ, ਵਾਜਾਂ ਵਾਲੇ ਦੀ ਸੋਚ ਪਕੜੀਏ, ਵਾਜਾਂ ਵਾਲੇ ਦੀ ਸੋਚ ਪਕੜਨਾ ਕਰੀਏ ਕਿ ਸਿੱਖਿਆ ਕੀ ਹੈ, ਕਿਹੜੀ ਉਹਨਾਂ ਨੇ ਜੀਵਨ ਧਾਰਾ ਬਣਾਈ ਆ, ਕਿਹੜਾ ਮਾਰਗ ਹੈ ਸਿੱਖੀ ਦਾ, ਕੈਸਾ ਪੰਧ ਹੈ, ਉਹ ਤਿਆਰ ਕਰ ਗਏ। ਗੁਰੂ ਨਾਨਕ ਸਾਹਿਬ ਨੇ ਜੋ ਰਾਹ ਸ਼ੁਰੂ ਕੀਤਾ ਤੇ ਵਾਜਾਂ ਵਾਲੇ ਨੇ ਆਪਣੇ ਪੁੱਤਾਂ ਦਾ ਖੂਨ ਡੋਲ ਕੇ, ਸ਼ਹੀਦੀਆਂ ਦੇ ਕੇ ਗੁਰਮੁਖੋ, ਸ਼ਹੀਦਾਂ ਦੀਆਂ ਹੱਡੀਆਂ ਤੇ ਸਾਡਾ ਮਾਰਗ ਹੈ ਸਿੱਖੀ ਦਾ। ਤੇ ਇਸੇ ਨੂੰ ਇੰਨੇ ਪੱਕੇ ਰਾਹ ਨੂੰ, ਮਜ਼ਬੂਤ ਰਸਤੇ ਨੂੰ, ਪੰਧ ਨੂੰ ਛੱਡ ਕੇ ਟੋਏ ਟੱਬਿਆਂ 'ਚ ਹੱਥ ਮਾਰਦੇ ਫਿਰਦੇ ਆ। ਬਾਣੀ ਕਹਿੰਦੀ ਐ, ਸੋਈ ਸਰਬਰ ਢੂੰਡ ਲਹੋ ਜਿੱਥੋਂ ਲੱਭੀ ਵੱਥ, ਛੱਪੜ ਢੂੰਡੇ ਕਿਆ ਮਿਲੈ, ਚਿੱਕੜ ਡੂਬੈ ਹੱਥ। ਛੱਪੜਾਂ 'ਚ ਹੱਥ ਮਾਰਾਂਗੇ ਕੀ ਹੋਣਾ ਜੀ, ਚਿੱਕੜ 'ਚ ਹੱਥ ਡੁੱਬਣਾ। ਚਿੱਕੜਾਂ 'ਚ ਹੱਥ ਮਾਰਨੇ ਫਿਰਨੇ ਆਪਾਂ। ਉਹ ਜਿਹਨੂੰ ਵਾਜਾਂ ਵਾਲਾ ਨਹੀਂ ਚੰਗਾ ਲੱਗਿਆ, ਕੱਚੇ ਪਿੱਲਿਆਂ ਦੇ ਪਿੱਛੇ ਕਿਉਂ ਬੰਦਾ ਜਾਂਦਾ ਹੈ। ਉਹ ਮਾਰਗ ਪਕੜੀਏ ਵਾਜਾਂ ਵਾਲੇ ਦਾ। ਹਰ ਇੱਕ ਧਰਮ ਨੂੰ, ਜਿਹੜੇ ਬੰਦੇ ਧਰਮ ਦੇ ਵਿੱਚ ਬੰਦਾ ਹੈ, ਮੁਬਾਰਕ ਅਗਲੇ ਨੂੰ ਧਰਮ। ਪਰ ਸਿੱਖ ਵੀਰ ਮਾਤਾਵਾਂ ਭੈਣਾਂ, ਆਪਣਾ ਧਰਮ, ਆਪਣਾ ਆ ਕਰਮ ਵਾਜਾਂ ਵਾਲੇ ਦਾ ਰਾਹ ਛੱਡ ਕੇ ਕੁਰਾਹੇ ਪਵੇ, ਕੀ ਮੂੰਹ ਦਿਖਾਵਾਂਗੇ ਜੀ। ਨਾਦਰ ਸ਼ਾਹ ਨੇ ਕਿਹਾ ਸੀ ਜ਼ਕਰੀਏ ਨੂੰ, ਉਹਨੇ ਪੁੱਛਿਆ ਸੀ ਵੀ ਇਹ ਸਿੱਖ ਕੀ ਨੇ। ਉਹ ਕਹਿੰਦੇ ਸਿੱਖ ਸਭ ਕੋ ਇੱਕ ਦੂਸਰੇ ਕੋ ਦੇਖ ਬਰਾਦਰ। ਨਾਦਰ ਸ਼ਾਹ ਕਹਿੰਦਾ, ਉਹ ਕਹਿੰਦਾ ਸਿੱਖ ਜਿਹੜੇ ਨੇ, ਉਹ ਕਹਿੰਦਾ ਮਰਦੇ ਕਿਉਂ ਨਹੀਂ, ਕੀ ਨੇ। ਉਹ ਕਹਿੰਦੇ ਇਹ ਇੱਕ ਦੂਜੇ ਨੂੰ ਭਰਾ ਸਮਝਦੇ ਨੇ। ਅੰਦਰ ਝਾਤੀ ਮਾਰ ਲਈ ਅਸੀਂ, ਮੈਂ ਵੀ ਵਿੱਚ ਆ, ਇੱਕ ਦੂਜੇ ਨੂੰ ਭਰਾ ਸਮਝਦੇ ਆ ਜਾਂ ਨਾ ਸਮਝਦੇ ਆ। ਸਾਡੀ ਕੌਮ ਕਿੰਨੀ ਕੁ ਦੁਫਾੜ ਹੋਈ ਆ। ਉਹ ਕਹਿੰਦੇ ਇੱਕ ਦੂਸਰੇ ਕੋ ਸਮਝ ਬਰਾਦਰ, ਆਪਸ ਕੋ ਸਭ ਦੇਵ ਤੇ ਆਦਰ। ਇੱਕ ਦੂਜੇ ਨੂੰ ਭਰਾ ਸਮਝਦੇ ਨੇ, ਹਰ ਇੱਕ ਸਿੱਖ ਨੂੰ, ਸਭ ਨੂੰ ਆਦਰ ਦਿੰਦੇ ਨੇ, ਸਭ ਨੂੰ ਉਹ ਆਦਰ ਦਿੰਦੇ ਨੇ। ਉਹ ਕਹਿੰਦੇ ਇਹਨਾਂ ਦਾ ਇਤਫਾਕ ਹੈ, ਇਹਨਾਂ ਦਾ ਜਨਮਾਂ ਜਨਮਾਂ ਦਾ ਰੂਹਾਂ ਦਾ ਮੇਲ ਹੈ। ਇਹ ਦੂਰ ਨਹੀਂ ਹੁੰਦੇ, ਜੜਾ ਨਹੀਂ ਵੜਦੇ। ਇੱਕ ਦੂਜੇ ਦੀਆਂ ਮੁਸੀਬਤਾਂ ਆਪਣੇ ਤੇ ਝੱਲਣ ਨੂੰ ਤਿਆਰ ਰਹਿੰਦੇ ਨੇ। ਨਾਦਰ ਸ਼ਾਹ ਦਾ ਜਵਾਬ ਸੀਗਾ ਜ਼ਕਰੀਆ ਨੂੰ ਵੀ ਉਹ ਨੇ ਸਿੱਖ। ਤੇ ਅਸੀਂ ਅੱਜ ਦੀ ਘੜੀ ਕਿੱਥੇ ਕਾਜੀ ਬੰਦਾ, ਪਹਿਰਾਵਿਆਂ ਦੀਆਂ ਲੜਾਈਆਂ ਨੇ,
ਦਸਤਾਰਾਂ ਦੀਆਂ ਲੜਾਈਆਂ ਨੇ। ਇਤਿਹਾਸ ਤੋਂ ਦੁੱਧ ਹੈ ਵੀ ਬਹਿ ਕੇ ਤੁਸੀਂ ਕਹਿੰਦੇ ਆ ਭਾਈ ਬਹਿ ਕੇ ਦੁੱਧਾ ਦੂਰ ਕਰੋ ਲਿਵਲਾਈ। ਬਹਿ ਕੇ ਜੋ ਕੋਈ ਦੁੱਧਾ ਦੋ ਚਿੱਤਾਪਣ ਹੈ, ਕੋਈ ਗੱਲਬਾਤ ਹੈ, ਕੋਈ ਫਰਕ ਆ ਗਿਆ, ਭੇਦ ਹੈ, ਮਤ ਵਿਚਾਰ ਭੇਦ ਨੇ, ਬਹਿ ਕੇ ਸੁਲਝਾ ਲਓ ਉਹਨਾਂ ਨੂੰ। ਦਸਤਾਰਾਂ ਦੇ ਭੇਦ ਨੇ, ਪਹਿਰਾਵਿਆਂ ਦੇ ਭੇਦ ਨੇ, ਬਾਜਾਂ ਵਾਲੇ ਨੇ। ਸਾਹਿਬਜ਼ਾਦਿਆਂ ਦਾ ਇਦਾਂ ਦਾ ਰਾਹ ਨਹੀਂ ਸੀ ਸਾਨੂੰ ਦਿੱਤਾ ਜੀ ਬਣਾ ਕੇ। ਉਹ ਕਹਿੰਦੇ ਜੀ ਆਪਸ ਦੇ ਵਿੱਚ ਭਰਾ ਬਣ ਕੇ ਰਹਿੰਦੇ, ਜਿੰਨਾ ਮਰਜ਼ੀ ਕੁਝ ਹੋ ਜਾਏ ਇਹ ਆਪਸ ਦੇ ਵਿੱਚ ਨਹੀਂ ਲੜਦੇ। ਤੇ ਅੱਜ ਵੇਖ ਲਓ ਕਿਸੇ ਨੇ ਕੋਈ ਮਾਰਗ ਬਣਾਇਆ ਹੈ ਸਿੱਖ ਕਹਾਉਨੇ ਸਿੱਖਾਂ, ਪਰ ਅਸਲ ਰਾਹ ਨਹੀਂ ਪਕੜਿਆ। ਪਹਿਰਾਵੇ ਸਿੱਖਾਂ ਦੇ ਨੇ, ਰਾਹ ਵੱਖਰੇ ਵੱਖਰੇ ਬਣਾ ਲਏ ਨੇ, ਅਰਦਾਸਾਂ ਵੱਖਰੀਆਂ ਬਣਾ ਲੀਆਂ, ਮਰਿਆਦਾਵਾਂ ਵੱਖਰੀਆਂ ਬਣਾਤੀਆਂ। ਦਸਤਾਰਾਂ ਪਹਿਰਾਵਾ, ਉਥੋਂ ਅਲਰਜੀ ਹੋਈ ਹੈ ਬੰਦੇ ਨੂੰ, ਆ ਫਲਾਣੀ ਦਸਤਾਰ ਦਾ ਫਲਾਣਾ ਰੰਗ ਏਦਾਂ ਏਦਾਂ। ਰੱਬ ਦਾ ਜੋ ਮਾਰਗ ਹੈ, ਜੋ ਸਾਹਿਬਜ਼ਾਦੇ ਬਣਾ ਕੇ ਗਏ, ਬਾਜਾਂ ਵਾਲੇ ਬਣਾ ਕੇ ਗਏ, ਉਹ ਆਹ ਰਾਹ ਨਹੀਂ ਜਿਹੜਾ ਅੱਜ ਦੇ ਸਿੱਖ ਨੇ ਅਪਣਾਇਆ ਹੋਇਆ। ਉਹਨਾਂ ਦੀਆਂ ਸਿੱਖਿਆਵਾਂ ਨੂੰ ਅੰਦਰ ਵਸਾਈਏ ਜੀ, ਤਾਂ ਉਹਨਾਂ ਦੇ ਅਸੀਂ ਸੱਚੇ ਸੁੱਚੇ ਸਿੱਖ ਖਵਾ ਸਕਦੇ ਹਾਂ, ਤਾਂ ਉਹਨਾਂ ਦੀ ਸੱਚੀ ਸੁੱਚੀ ਖੁਸ਼ੀ ਲੈ ਸਕਦੇ ਹਾਂ, ਤਾਂ ਉਹਨਾਂ ਦੀ ਅਸੀਂ ਖੁਸ਼ੀ ਲੈ ਸਕਦੇ ਹਾਂ ਜੀ। ਉਹਨਾਂ ਦੀ ਸੋਭਾ ਦੇ ਪਾਤਰ ਬਣ ਸਕਦੇ ਹਾਂ ਜਦੋਂ ਉਹਨਾਂ ਦੇ ਸਿੱਖਿਆਵਾਂ ਨੂੰ ਅਪਣਾ ਕੇ ਤੁਰਾਂਗੇ। ਇਹੀ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਹੋਏਗੀ ਜੀ। ਹਰ ਸਾਲ ਬੰਦਾ ਜਾਂਦਾ, ਲੰਗਰ ਲਾਉਨੇ ਆ, ਜਾਪ ਹੁੰਦੇ ਆ, ਅਖੰਡ ਪਾਠ ਸਾਹਿਬ ਹੁੰਦੇ ਆ, ਜਾਂਦੇ ਆ ਜੀ ਲੋਕ ਸਭਾ ਤੇ। ਕੁਝ ਸਿੱਖ ਕੇ ਆਏ, ਪਤਾ ਲੱਗਿਆ ਕਿਉਂ ਖੜੇ ਨੇ, ਕੀ ਇਤਿਹਾਸ ਹੈ, ਕੀ ਕੁਛ ਹੋਇਆ, ਉਹ ਵੀ ਨਹੀਂ ਪਤਾ। ਵਿਚਾਰਨ ਦੀ ਕੋਸ਼ਿਸ਼ ਕਰੀਏ, ਧਿਆਨ ਦੇਈਏ ਉਹਨਾਂ ਦੇ ਜੀਵਨ ਵੱਲ, ਉਹਨਾਂ ਦੇ ਸਿੱਖਿਆਵਾਂ ਵੱਲ, ਤਾਂ ਉਹਨਾਂ ਨੂੰ ਇਹ ਸੱਚੀ ਸੁੱਚੀ ਸ਼ਰਧਾਂਜਲੀ ਹੋਏਗੀ। ਆਓ ਜੀ ਭੁੱਲਾਂ ਤੋਂ ਖਿਮਾ, ਰਹਿੰਦੀਆਂ ਵਿਚਾਰਾਂ ਬਾਜਾਂ ਵਾਲੇ ਦੇ ਜੀਵਨ ਦੀਆਂ, ਅਮਰ ਕਥਾ ਦੀਆਂ ਅੱਗੇ ਵਿਚਾਰਾਂਗੇ ਆਪਾਂ। ਆਓ ਰਲ ਮਿਲ ਕਰਕੇ ਸਤਿਗੁਰਾਂ ਦੇ ਚਰਨਾਂ 'ਚ